सारे दोस्तों ਨੂੰ ਸਤਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਕੋਵਿਡ-19 ਦਾ ਜਿਹੜਾ ਹੈ ਉਹ ਸਾਰਾ ਮਾਹੌਲ ਚੱਲ ਰਿਹਾ ਹੈਗਾ। ਤਕਰੀਬਨ ਸਾਰਾ ਕੁਝ ਬੰਦ ਹੈ, ਕੁਝ ਅਦਾਰੇ ਖੁੱਲ੍ਹੇ ਨੇ, ਕੁਝ ਕੰਮਕਾਰ ਚੱਲ ਰਹੇ ਹੈਗੇ ਨੇ, ਪਰ ਮੋਸਟਲੀ ਜੇ ਆਪਾਂ ਦੇਖਿਆ ਜਾਵੇ ਤੇ ਬਹੁਤਾ ਕੁਝ ਬੰਦ ਹੈਗਾ। ਔਰ ਇਸ ਬੰਦ ਹੋਣ ਦੇ ਨਾਲ ਲੋਕਾਂ ਦੀਆਂ ਕਈਆਂ ਦੀਆਂ ਜੌਬਸ ਚਲੀਆਂ ਗਈਆਂ, ਕਈ ਲੇ ਆਫ ਹੋ ਗਏ, ਕਈਆਂ ਦੇ ਕੰਮ ਘਟ ਗਏ, ਕਈਆਂ ਦੇ ਬੰਦ ਹੋ ਗਏ। तो सारिਆਂ ਨੂੰ ਇੱਕੋ ਗੱਲ ਦੀ ਜਿਹੜੀ ਹੈ ਚਿੰਤਾ ਹੈਗੀ ਹੈ कि अपना काम किदां चलेगा, कैश फ्लो कित्थों आएगा, क्योंकि जो कैश आएगा ਤਾਂ ਹੀ ਸਾਡੇ ਜਿਹੜੇ ਪਰਿਵਾਰ ਤੇ ਸਾਡੇ ਬਿਜ਼ਨਸ ਦੇ ਜਿਹੜੇ ਖਰਚੇ ਚੱਲ ਸਕਦੇ ਨੇ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਥੋੜਾ ਜਿਹਾ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਇਸ ਟਫ ਟਾਈਮ ਦੇ ਵਿੱਚ ਆਪਣੇ ਕੈਸ਼ ਫਲੋ ਨੂੰ ਠੀਕ ਰੱਖ ਸਕਦੇ ਹਾਂ ਜਾਂ ਕਿੱਥੋਂ ਅਸੀਂ ਜਿਹੜੀ ਹੈ ਇਹ ਕੈਸ਼ ਫਲੋ ਵਾਲੀ ਜਿਹੜੀ ਮਦਦ ਲੈ ਸਕਦੇ ਹੈਗੇ ਹਾਂ। ਅੱਜ ਆਪਾਂ ਗਵਰਨਮੈਂਟ ਦੀ ਹੈਲਪ ਦੀ ਗੱਲ ਕਰੀਏ ਤਾਂ ਗਵਰਨਮੈਂਟ ਨੇ ਸਾਨੂੰ ਦੋ ਤਰੀਕਿਆਂ ਨਾਲ ਜਿਹੜੀ ਹੈਲਪ ਕੀਤੀ ਹੈਗੀ ਆ। ਇੱਕ ਤੇ ਇਹ ਕੀਤਾ ਕਿ ਉਹਨਾਂ ਨੇ ਕੁਝ ਚੀਜ਼ਾਂ ਡੈਫਰ ਕਰ ਦਿੱਤੀਆਂ ਹੈਗੀਆਂ, ਜਿਵੇਂ ਇਨਕਮ ਟੈਕਸ ਰਿਟਰਨ ਫਾਈਲ ਕਰਨੀ ਸੀ ਉਹ ਡੈਫਰ ਕਰ ਦਿੱਤੀ ਆ। ਕੁਛ ਮੌਰਗੇਜ ਬੈਂਕਾਂ ਵਾਲਿਆਂ ਨੂੰ ਜਿਹੜੀ ਰਿਕੁਐਸਟ ਕੀਤੀ ਸੀ ਗਵਰਨਮੈਂਟ ਨੇ ਤੇ ਤੁਸੀਂ ਆਪਣੀ ਜਿਹੜੀ ਮੌਰਗੇਜ ਹੈ ਉਹ ਵੀ ਡੈਫਰ ਕਰਵਾ ਲਈ ਹੋਣੀ ਹੈ ਜਾਂ ਕਰਵਾ ਸਕਦੇ ਹੈਗੇ ਹੋ। ਅਗਰ ਤੁਸੀਂ 2 4 6 ਮਹੀਨੇ ਵਾਸਤੇ ਨਹੀਂ ਦੇਣਾ ਚਾਹੁੰਦੇ ਮੌਰਗੇਜ ਤਾਂ ਉਹਦੇ ਨਾਲ ਜਿਹੜਾ ਹੈ ਤੁਹਾਨੂੰ ਇੱਕ ਥੋੜੀ ਜਿਹੀ ਰਿਲੀਫ ਮਿਲ ਸਕਦੀ ਹੈ। ਇਸੇ ਤਰ੍ਹਾਂ ਤੁਹਾਡੇ ਯੂਟਿਲਿਟੀਜ਼ ਦੇ ਜਿਹੜੇ ਬਿੱਲ ਹੈਗੇ ਨੇ ਉਹਨਾਂ ਨੂੰ ਵੀ ਤੁਸੀਂ ਪੈਂਡਿੰਗ ਜਿਹੜਾ ਕਰ ਸਕਦੇ ਹੈਗੇ ਹੋ, ਡੈਫਰ ਕਰ ਸਕਦੇ ਹੈਗੇ ਹੋ। ਡੈਫਰ ਦਾ ਹਮੇਸ਼ਾ ਮਤਲਬ ਇਹ ਹੁੰਦਾ ਹੈਗਾ ਕਿ ਬਾਅਦ 'ਚ ਤੁਹਾਨੂੰ ਦੇਣੇ ਪੈ ਸਕਦੇ ਹੈਗੇ ਨੇ, ਇਹ ਕੋਈ ਮਾਫ ਨਹੀਂ ਹੋਣੇ ਹੈਗੇ। तो एक तो तरीका ये गवर्नमेंट का हैगा कि डैफर कर दो ਜਿਹੜੇ गवर्नमेंट ਨੂੰ ਆਪਾਂ टैक्स देने सी ते थोड़े चिर वास्ते डैफर कर दो ताकि ਤੁਹਾਨੂੰ कैश का बोझ ਜਿਹੜਾ ना पवे। दूसरा गवर्नमेंट ने कुछ नगदी ਜਿਹੜੀ ਹੈ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਜਿਵੇਂ ਸਾਰਿਆਂ ਨੇ ਆਪਾਂ ਸੁਣਿਆ ਹੈਗਾ ਕਿ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਜਿਹੜਾ ਹੈ CERB ਆਪਾਂ ਉਹਨੂੰ ਕਹਿੰਦੇ ਹੈਗਾ, ਉਹ ਵੀ ਗਵਰਨਮੈਂਟ ਨੇ ਤੁਹਾਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੀਆਂ ਕੁਝ ਸ਼ਰਤਾਂ ਸੀ, ਅੱਜ ਥੋੜ੍ਹੀਆਂ ਜਿਹੀਆਂ ਹੋਰ ਵੀ ਰਿਲੈਕਸ ਕਰ ਦਿੱਤੀਆਂ ਹੈਗੀਆਂ। ਮੈਂ ਉਹਨਾਂ ਸ਼ਰਤਾਂ ਦੀ ਡਿਟੇਲ ਦੇ ਵਿੱਚ ਨਹੀਂ ਜਾਣਾ ਕਿਉਂਕਿ ਵੀਡੀਓ ਫਿਰ ਲੰਬੀ ਹੋ ਜਾਂਦੀ ਹੈਗੀ ਆ। ਅੱਜ ਆਪਾਂ ਸਿਰਫ ਇਹ ਗੱਲ ਕਰਨੀ ਹੈਗੀ ਹੈ ਕਿ ਕਿੱਥੋਂ ਜਿਹੜਾ ਹੈਗਾ ਕਿ ਸਾਡੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਹੈਗੀਆਂ। ਜੇ ਆਪਾਂ ਪਹਿਲਾਂ ਇੰਡੀਵਿਜੂਅਲਸ ਦੀ ਗੱਲ ਕਰਦੇ ਹਾਂ, ਇੰਡੀਵਿਜੂਅਲਸ ਉਹ ਜਿਹੜੇ ਕਿ ਐਮਪਲਾਈ ਸੀ, ਜੇ ਤੁਹਾਡੀ ਜੌਬ ਚਲੀ ਗਈ ਆ ਦੈਟ ਮੀਨਸ ਤੁਹਾਨੂੰ ਲੇ ਆਫ ਕਰ ਦਿੱਤਾ ਤਾਂ ਤੁਸੀਂ EI ਅਪਲਾਈ ਕਰ ਸਕਦੇ ਹੈਗੇ ਹੋ। ਜੇ ਤੁਸੀਂ ਐਮਪਲਾਈ ਸੀ ਜਾਂ ਤੁਸੀਂ ਸੈਲਫ ਐਮਪਲਾਇਡ ਸੀ ਪਰ EI ਵਾਸਤੇ ਕੁਆਲੀਫਾਈ ਨਹੀਂ ਕਰਦੇ ਜਾਂ ਤੁਸੀਂ ਕੰਟਰੀਬਿਊਟ ਨਹੀਂ ਸੀ ਕਰਦੇ ਤਾਂ ਤੁਸੀਂ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਵਾਸਤੇ ਜਿਹੜਾ ਅਪਲਾਈ ਕਰ ਸਕਦੇ ਹੈਗੇ ਹੋ, ਜਿਹਦੇ ਵਿੱਚ $2000 ਪਰ ਮੰਥ ਜਿਹੜਾ ਹੈਗਾ ਪਰ 4 ਵੀਕਾਂ ਵਾਸਤੇ ਜਿਹੜਾ ਹੈਗਾ ਗਵਰਨਮੈਂਟ ਤੁਹਾਨੂੰ ਦੇਣਾ ਹੈਗਾ। ਅਗਰ ਪਹਿਲਾਂ ਤਾਂ ਇਹ ਕੰਡੀਸ਼ਨ 'ਚ ਅਗਰ ਤੁਹਾਡੀ ਕੋਈ ਵੀ ਇਨਕਮ ਨਹੀਂ ਹੈਗੀ ਤਾਂ ਤੁਸੀਂ ਅਪਲਾਈ ਕਰ ਸਕਦੇ। ਪਰ ਅੱਜ ਜਸਟਨ ਟਰੂਡੋ ਹੋਰਾਂ ਨੇ ਇਹ ਅਨਾਉਂਸਮੈਂਟ ਕੀਤੀ ਆ ਕਿ ਅਗਰ 1000 ਤੱਕ ਤੁਹਾਡੀ ਇਨਕਮ ਹੈਗੀ ਆ ਤਾਂ ਵੀ ਤੁਸੀਂ ਜਿਹੜਾ ਹੈਗਾ ਉਹ ਬੈਨੀਫਿਟ ਜਿਹੜਾ ਲੈ ਸਕਦੇ ਹੈਗੇ ਹੋ। ਇਹ ਤੇ ਇੰਡੀਵਿਜੂਅਲਸ ਵਾਸਤੇ ਸੀ। ਇਹਦੇ ਵਿੱਚ ਸਟੂਡੈਂਟਸ ਵੀ ਆ ਜਾਂਦੇ ਨੇ। ਅਗਰ ਸਟੂਡੈਂਟਸ ਨੇ ਪਿਛਲੇ ਸਾਲਾਂ ਦੇ ਵਿੱਚ ਕੰਮ ਕੀਤਾ ਹੈਗਾ, ਪਿਛਲੇ 2019 ਦੇ ਵਿੱਚ ਕੰਮ ਕੀਤਾ, ਘੱਟੋ ਘੱਟ ਉਹਨਾਂ ਦੀ 5000 ਇਨਕਮ ਸੀ, ਤਾਂ ਉਹ ਸਟੂਡੈਂਟ ਵੀ ਜਿਹੜੇ ਹੈਗੇ ਨੇ ਇਹਦੇ ਵਾਸਤੇ ਕੁਆਲੀਫਾਈ ਹੁੰਦੇ ਹੈਗੇ ਨੇ ਅਗਰ ਉਹ 15 ਸਾਲ ਦੀ ਏਜ ਤੋਂ ਜ਼ਿਆਦਾ ਨੇ। ਤੇ ਦੂਸਰਾ ਸਟੂਡੈਂਟਸ ਨੂੰ ਇਹ ਗਵਰਨਮੈਂਟ ਨੇ ਹੈਲਪ ਦਿੱਤੀ ਹੈ ਕਿ ਠੀਕ ਆ ਤੁਸੀਂ ਹੁਣ ਗ੍ਰੈਜੂਏਟ ਹੋ ਕੇ ਬਾਹਰ ਨਿਕਲਣਾ ਹੈਗਾ ਜਾਂ ਤੁਸੀਂ ਆਲਰੇਡੀ ਸਟੂਡੈਂਟਸ ਲੋਨ ਦੀਆਂ ਪੇਮੈਂਟਾਂ ਦੇ ਰਹੇ ਹੋ, ਉਹਦੇ ਵਾਸਤੇ ਗਵਰਨਮੈਂਟ ਨੇ ਕੁਝ ਚਿਰ ਵਾਸਤੇ ਤੁਹਾਡਾ ਜਿਹੜਾ ਵਿਆਜ ਰੋਕ ਦਿੱਤਾ, ਇੰਟਰਸਟ ਨਹੀਂ ਚਾਰਜ ਕੀਤਾ ਜਾਏਗਾ। ਤੁਸੀਂ ਜਿਹੜੀਆਂ ਪੇਮੈਂਟ ਹੈਗੀਆਂ ਉਹ ਵੀ ਜਿਹੜੀਆਂ ਨਹੀਂ ਦੇਣੀਆਂ ਅੱਜ ਤੱਕ ਉਹਨਾਂ ਨੂੰ ਵੀ ਜਿਹੜੀ ਹੈਗੀ ਡੈਫਰ ਕਰ ਦਿੱਤਾ। ਤਾਂ ਇਸ ਤਰੀਕੇ ਨਾਲ ਸਾਨੂੰ ਜਿਹੜਾ ਕੈਸ਼ ਦਾ ਸੀ ਉਹ ਥੋੜ੍ਹਾ ਜਿਹਾ ਬੋਝ ਜਿਹੜਾ ਹੈਗਾ ਸਾਡੇ ਮਨੋਂ ਘੱਟ ਜਾਂਦਾ ਹੈਗਾ। ਬਿਜ਼ਨਸ ਓਨਰਸ ਦੀ ਗੱਲ ਕਰੀਏ ਤਾਂ ਬਿਜ਼ਨਸ ਓਨਰਸ ਨੂੰ ਵੀ ਕਈ ਤਰ੍ਹਾਂ ਨਾਲ ਗਵਰਨਮੈਂਟ ਨੇ ਜਿਹੜਾ ਹੈਗਾ ਉਹ ਬੈਨੀਫਿਟ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਜੇ ਤੁਹਾਨੂੰ ਕੈਸ਼ ਦੀ ਪ੍ਰੋਬਲਮ ਹੈਗੀ ਤਾਂ ਗਵਰਨਮੈਂਟ ਨੇ ਇਹ ਕਿਹਾ ਕਿ ਤੁਸੀਂ 40000 ਦਾ ਲੋਨ ਆਪਣੇ ਬੈਂਕ ਕੋਲੋਂ ਲੈ ਸਕਦੇ ਹੋ। ਜੇ ਗਵਰਨਮੈਂਟ ਦੀ ਗਰੰਟੀ ਦੇਣੀ ਹੈਗੀ ਉਹ 40000 ਨਾਲ ਤੁਸੀਂ ਆਪਣਾ ਕੰਮ ਚਲਾ ਸਕਦੇ ਹੈਗੇ ਹੋ। ਆਪਣੇ ਤੁਸੀਂ ਬਿੱਲ, ਰੈਂਟ ਜਾਂ ਕੁਝ ਵੀ ਆਪਣੇ ਜਿਹੜੇ ਤੁਹਾਡੇ ਨੈਸੈਸਰੀ ਖਰਚੇ ਹੈਗੇ ਨੇ ਜਿਨ੍ਹਾਂ ਤੁਸੀਂ ਨਹੀਂ ਟਾਲ ਸਕਦੇ ਉਹ ਚਲਾ ਸਕਦੇ ਹੋ। ਉਹਦੇ ਵਿੱਚੋਂ ਜਿਹੜਾ ਪਹਿਲੇ ਸਾਲ ਦਾ ਵਿਆਜ ਵੀ ਕੋਈ ਨਹੀਂ ਲੈਣਾ ਗਵਰਨਮੈਂਟ ਨੇ ਤੁਹਾਡੇ ਕੋਲੋਂ। ਜੇ ਤੁਸੀਂ ਸਹੀ ਟਾਈਮ ਤੇ ਉਹਨੂੰ ਵਾਪਸ ਕਰ ਦਿੰਦੇ ਹੋ ਤੇ 25% ਤੱਕ ਜਿਹੜਾ 25% ਜਿਹੜਾ ਹੈਗਾ ਉਹਦੇ ਚੋਂ ਮਾਫ ਹੋ ਜਾਏਗਾ। 10000 ਤੱਕ ਜਿਹੜਾ ਉਹਦੇ ਚੋਂ ਮਾਫ ਵੀ ਹੋ ਸਕਦਾ ਹੈਗਾ। ਤਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਤੁਸੀਂ ਆਪਣਾ ਕਰ ਸਕਦੇ ਆ। ਦੂਸਰਾ ਬਿਜ਼ਨਸ ਓਨਰਸ ਜਿਹੜੇ ਹੈਗੇ ਨੇ ਉਹ ਇਹ ਕੰਮ ਕਰ ਸਕਦੇ ਹੈਗੇ ਨੇ ਕਿ ਆਪਣੇ ਐਮਪਲਾਈਜ਼ ਨੂੰ ਉਹ ਲੇ ਆਫ ਨਾ ਕਰਨ, ਪੇਰੋਲ ਤੇ ਰੱਖਣ ਤੇ ਗਵਰਨਮੈਂਟ 75% ਤੱਕ ਜਿਹੜੀ ਹੈ ਸਬਸਿਡੀ ਜਿਹੜੀ ਹੈ ਉਹ ਪ੍ਰੋਵਾਈਡ ਕਰੇਗੀ। ਤੇ ਇਹ ਵੀ ਇੱਕ ਬਹੁਤ ਵੱਡੀ ਰਿਲੀਫ ਹੈ ਕਿਉਂਕਿ ਜੇ ਅੱਜ ਅਸੀਂ ਕਿਸੇ ਨੂੰ ਲੇ ਆਫ ਕਰ ਦਿੰਦੇ ਆ, ਨੌਕਰੀ ਤੋਂ ਆਪਾਂ ਫਾਇਰ ਕਰ ਦਿੰਦੇ ਆ ਤਾਂ ਬਾਅਦ ਵਿੱਚ ਜਿਹੜਾ ਹੈ ਉਹਨੂੰ ਐਮਪਲਾਈ ਨੂੰ ਹਾਇਰ ਕਰਨਾ,
उस एम्पलाई ਨੂੰ ट्रेंड करना वो बहुत एक्सपेंसिव पै जाता। तो कोशिश ये की जानी चाहिए है कि आप एम्पलाई ਨੂੰ ਜਿਹੜਾ फायर ना करिए, ਉਹਨੂੰ पेरोल ਤੇ ਰੱਖੀਏ ਤਾਂ ਜੋ ਜਿਹੜਾ ਹੈ ਕਿ ਉਹ ਸਾਡੇ ਨਾਲ ਜੁੜਿਆ ਵੀ ਰਵੇ ਤੇ ਉਹਦਾ ਵੀ ਘਰ ਚੱਲਦਾ ਰਹੇ ਤੇ ਗਵਰਨਮੈਂਟ ਤੇ ਤੁਹਾਡੀ ਮਦਦ ਜਿਹੜੀ ਹੈ ਕਰ ਹੀ ਰਹੀ ਹੈ। ਇਹ ਵੀ ਇੱਕ ਤਰੀਕਾ ਗਵਰਨਮੈਂਟ ਦਾ ਜਿਹੜਾ ਹੈ 75% ਤੱਕ ਤੁਸੀਂ ਸਬਸਿਡੀ ਦਾ ਅਪਲਾਈ ਕਰ ਸਕਦੇ ਹੋ। ਜਿਹੜੇ ਹੋਰ ਸਮਾਲ ਐਂਡ ਮੀਡੀਅਮ ਐਂਟਰਪ੍ਰੈਨਿਓਰ ਹੈਗੇ ਨੇ ਉਹਨਾਂ ਵਾਸਤੇ ਵੀ ਗਵਰਨਮੈਂਟ ਨੇ ਤਕਰੀਬਨ 6.25 ਮਿਲੀਅਨ ਤੱਕ ਦੀ ਜਿਹੜੀ ਹੈਗੀ ਹੈ ਉਹਨਾਂ ਨੇ ਇੱਕ ਤੁਹਾਨੂੰ ਕ੍ਰੈਡਿਟ ਜਿਹੜਾ ਹੈ ਬਣਾ ਕੇ ਦੇਣਾ ਹੈਗਾ ਤੇ ਦੈਟ ਮੀਨਸ ਕਿ ਬਹੁਤ ਸਾਰੀਆਂ ਸਹੂਲਤਾਂ ਅਵੇਲੇਬਲ ਹੈਗੀਆਂ। ਤੁਸੀਂ ਉਸ ਲਿਮਿਟ ਨੂੰ ਵੀ ਜਿਹੜਾ ਡਿਸਕਸ ਕਰ ਸਕਦੇ ਆਪਣੇ ਅਕਾਊਂਟੈਂਟ ਦੇ ਨਾਲ। canada.ca ਤੇ ਜਾ ਕੇ ਤੁਸੀਂ ਉਹਦੀ ਇਨਫੋਰਮੇਸ਼ਨ ਲੈ ਸਕਦੇ ਹੈਗੇ ਹੋ ਤੇ ਇਸ ਤਰ੍ਹਾਂ ਜਿਹੜਾ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਚੱਲਦਾ ਰੱਖ ਸਕਦੇ ਹੈਗੇ ਹੋ। ਇਸ ਤਰ੍ਹਾਂ ਜਿਹੜਾ ਤੁਸੀਂ अपना कैश फ्लो ਨੂੰ ਮੇਨਟੇਨ ਜਿਹੜਾ ਰੱਖ ਸਕਦੇ ਹੈਗੇ ਹੋ। ਇਹਨਾਂ ਤੋਂ ਇਲਾਵਾ ਵੀ ਬਹੁਤ ਸਾਰੇ ਤਰੀਕੇ ਹੈਗੇ ਨੇ ਕਿ ਅਸੀਂ ਆਪਣਾ ਘਰ ਜਿਹੜਾ ਕਿਸ ਤਰ੍ਹਾਂ ਚਲਾ ਸਕਦੇ ਹਾਂ, ਅਸੀਂ ਆਪਣੇ ਜਿਹੜੀ ਹੈਗੀ ਉਹ ਕੈਸ਼ ਫਲੋ ਨੂੰ ਕਿਸ ਤਰ੍ਹਾਂ ਮੇਨਟੇਨ ਰੱਖ ਸਕਦੇ ਹੈਗੇ ਹਾਂ। ਦੇਖੋ ਆਲਵੇਜ਼ ਅਸੀਂ ਬੀਇੰਗ ਏ ਫਾਈਨੈਂਸ਼ੀਅਲ ਐਡਵਾਈਜ਼ਰ ਲੋਕਾਂ ਨੂੰ ਕਹਿੰਦੇ ਹਾਂ ਕਿ ਐਮਰਜੈਂਸੀ ਵਾਸਤੇ ਤੁਹਾਡੇ ਕੋਲ ਫੰਡਸ ਜ਼ਰੂਰ ਹੋਣਾ ਚਾਹੀਦਾ ਹੈਗਾ। ਘੱਟੋ ਘੱਟ ਪਹਿਲਾਂ ਤੁਹਾਡੀ ਪਲੈਨਿੰਗ ਹੋਣੀ ਚਾਹੀਦੀ ਹੈਗੀ ਹੈ ਕਿ 3 ਮਹੀਨੇ ਵਾਸਤੇ ਐਮਰਜੈਂਸੀ ਫੰਡ ਹੋਣ, ਜਿੰਨੇ ਤੁਹਾਡੇ ਮੰਥਲੀ ਖਰਚੇ ਨੇ 3 ਮਹੀਨੇ ਦਾ ਤੁਹਾਡੇ ਕੋਲ ਰਿਜ਼ਰਵ ਹੋਣਾ ਚਾਹੀਦਾ। ਫਿਰ ਕੋਸ਼ਿਸ਼ ਕਰੋ ਕਿ ਉਹਨੂੰ ਆਪਾਂ 6 ਮਹੀਨੇ ਤੱਕ ਲੈ ਲਈਏ, ਫਿਰ ਆਪਾਂ ਸਾਲ ਤੱਕ ਲੈ ਲਈਏ। ਤੇ ਇਹ ਐਮਰਜੈਂਸੀ ਜਿਹੜੇ ਫੰਡਸ ਹੁੰਦੇ ਨੇ ਉਹ ਇਸ ਮੌਕੇ ਤੇ ਤੁਸੀਂ ਯੂਜ਼ ਕਰ ਸਕਦੇ ਹੈਗੇ ਹੋ। ਅਗਰ ਤੁਸੀਂ ਆਪਣੇ ਐਡਵਾਈਜ਼ਰ ਦੀ, ਸਾਡੇ ਵਰਗਿਆਂ ਦੀ ਸਲਾਹ ਮੰਨੀ ਸੀ ਤੇ ਜੇ ਤੁਸੀਂ ਕੈਸ਼ ਰਿਜ਼ਰਵ ਰੱਖਿਆ ਹੋਇਆ ਤਾਂ ਤੁਸੀਂ ਉਸ ਨੂੰ ਜਿਹੜਾ ਇਸ ਐਮਰਜੈਂਸੀ ਵਾਸਤੇ ਵੀ ਯੂਜ਼ ਕਰ ਸਕਦੇ ਹੋ। ਅਗਰ ਜਿਹੜੀ ਗਵਰਨਮੈਂਟ ਤੁਹਾਨੂੰ ਸਪੋਰਟ ਕਰ ਰਹੀ ਹੋ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਪੂਰੀ ਨਹੀਂ ਪੈ ਰਹੀ ਹੈਗੀ, ਉਹਦੇ ਨਾਲ ਤੁਹਾਡੇ ਖਰਚੇ ਨਹੀਂ ਚੱਲ ਰਹੇ, ਤਾਂ ਤੁਸੀਂ ਉਸ ਐਮਰਜੈਂਸੀ ਜਿਹੜਾ ਕੈਸ਼ ਹੈਗਾ, ਰਿਜ਼ਰਵ ਹੈਗਾ, ਉਹਨੂੰ ਵੀ ਤੁਸੀਂ ਇਸ ਮੌਕੇ ਤੇ ਜਿਹੜਾ ਯੂਜ਼ ਕਰ ਸਕਦੇ ਹੈਗੇ ਹੋ। ਜਾਂ ਇੱਕ ਹੋਰ ਤਰੀਕਾ ਹੈਗਾ ਕਿ ਜਿਹੜੇ ਲੋਕ RRSP ਦੇ ਵਿੱਚ ਕੰਟਰੀਬਿਊਟ ਕਰਦੇ ਸੀ, ਅਗਰ ਉਹਨਾਂ ਨੇ ਕੰਟਰੀਬਿਊਟ ਕੀਤਾ ਹੈਗਾ ਤੇ ਉਹਦੇ ਵਿੱਚੋਂ ਵੀ ਤੁਸੀਂ ਜਿਹੜਾ ਪੈਸੇ ਵਿਡਰਾਅ ਕਰ ਸਕਦੇ ਹੈਗੇ ਹੋ, ਕਿਉਂਕਿ ਇਸ ਸਾਲ ਤੁਹਾਡੀ ਇਨਕਮ ਘੱਟ ਰਹਿਣ ਵਾਲੀ ਹੈਗੀ ਆ ਤੇ ਇਸ ਸਾਲ ਜੇ ਤੁਸੀਂ ਵਿਡਰਾਅ ਕਰੋਗੇ ਤੁਹਾਡੀ ਇਨਕਮ ਵਿੱਚ ਤੇ ਜ਼ਰੂਰ ਜਮ੍ਹਾਂ ਹੋ ਜਾਏਗਾ ਪਰ ਟੈਕਸ ਘੱਟ ਬਣੇਗਾ, ਕਿਉਂਕਿ ਜੇ ਇਨਕਮ ਘੱਟ ਹੋਏਗੀ ਤੇ ਟੈਕਸ ਵੀ ਜਿਹੜਾ ਉਹਦੇ ਤੇ ਘੱਟ ਬਣੇਗਾ। ਤੇ ਇੱਕ ਮਤਲਬ ਮੇਰੇ ਵੱਲੋਂ ਸਲਾਹ ਹੈਗੀ ਆ, ਬਾਕੀ ਤੁਸੀਂ ਇਹ ਵਿਚਾਰਨਾ ਹੈਗਾ। ਮੇਰੇ ਨਾਲ ਸਲਾਹ ਕਰਨੀ ਹੋਵੇ ਜਾਂ ਕਿਸੇ ਹੋਰ ਆਪਣੇ ਐਡਵਾਈਜ਼ਰ ਨਾਲ ਸਲਾਹ ਕਰਨੀ ਹੋ ਤਾਂ ਤੁਸੀਂ ਕਰ ਹੀ ਸਕਦੇ ਹੈਗੇ ਹੋ ਕਿ ਕੀ ਮੇਰੇ ਵਾਸਤੇ ਸਹੀ ਰਹੇਗਾ, ਮੈਨੂੰ ਕਿਹੜੀ ਚੀਜ਼ ਬੈਨੀਫਿਟ ਰਹੇਗੀ। ਪਰ ਦੇਅਰ ਆਰ ਸੋ ਮੈਨੀ ਵੇਜ਼, ਆਪਾਂ ਨੂੰ ਹਿੰਮਤ ਨਹੀਂ ਹਾਰਨੀ ਹੈਗੀ। ਆਪਣਾ ਕੋਲ ਰਾਹ ਬਹੁਤ ਹੈਗੇ ਨੇ। ਕੈਨੇਡਾ ਹੈਗਾ, ਵਧੀਆ ਮੁਲਕ ਹੈਗਾ, ਗਵਰਨਮੈਂਟ ਵੀ ਸਪੋਰਟ ਕਰ ਰਹੀ ਹੈਗੀ ਆ। ਕੁਝ ਸਿਸਟਮ ਇੱਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਯੂਜ਼ ਕਰਕੇ ਆਪਣਾ ਇਹ ਔਖਾ ਟਾਈਮ ਜਿਹੜਾ ਹੈਗਾ ਉਹ ਆਪਾਂ ਫਾਈਨੈਂਸ਼ੀਅਲੀ ਕੱਢ ਸਕਦੇ ਹੈਗੇ ਆ। RRSP ਵਿੱਚੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਉਹਦੇ ਵਿੱਚੋਂ ਤੁਸੀਂ ਪੈਸੇ ਜਿਹੜੇ ਆ ਵਿਡਰਾਅ ਕਰ ਸਕਦੇ ਹੈਗੇ ਹੋ। ਦੂਸਰਾ ਤਰੀਕਾ ਇਹ ਹੁੰਦਾ ਕਿ ਨਾਰਮਲੀ ਲੋਕਾਂ ਨੇ ਲਾਈਨ ਆਫ ਕ੍ਰੈਡਿਟ ਬਣਾਈਆਂ ਹੁੰਦੀਆਂ। ਜੇ ਲਾਈਨ ਆਫ ਕ੍ਰੈਡਿਟ ਤੁਹਾਡੇ ਕੋਲ ਹੈਗੀ ਆ ਤਾਂ ਤੁਸੀਂ ਉਹ ਪਰਸਨਲ ਲਾਈਨ ਆਫ ਕ੍ਰੈਡਿਟ ਦੇ ਵਿੱਚੋਂ ਵੀ ਪੈਸੇ ਜਿਹੜੇ ਹਨ ਯੂਜ਼ ਕਰ ਸਕਦੇ ਹੋ। ਡਰਨ ਦੀ ਕੋਈ ਲੋੜ ਨਹੀਂ ਹੈਗੀ। ਦੇਖੋ ਲਾਈਨ ਆਫ ਕ੍ਰੈਡਿਟ 'ਚ ਅਗਰ ਤੁਸੀਂ ਪੈਸੇ ਯੂਜ਼ ਕਰਦੇ ਹੈਗੇ ਹੋ ਤੇ ਉਹਦਾ ਤੁਸੀਂ ਵਿਆਜ ਹੀ ਪੇ ਕਰਨਾ ਹੈਗਾ। ਲਾਈਨ ਆਫ ਕ੍ਰੈਡਿਟ ਜਦੋਂ ਚੰਗਾ ਸਮਾਂ ਆਏਗਾ ਆਪਾਂ ਤੇ ਪ੍ਰਿੰਸੀਪਲ ਅਮਾਊਂਟ ਵੀ ਵਾਪਸ ਕਰ ਦਿਆਂਗੇ, ਹੈ ਨਾ। ਮੇਰੇ ਕਹਿਣ 'ਤੇ ਨਹੀਂ, ਆਪਣੀ ਕੈਲਕੂਲੇਸ਼ਨ ਪੂਰੀ ਤਰ੍ਹਾਂ ਕਰਕੇ ਵੀ ਕਿਹੜੀ ਚੀਜ਼ ਤੁਹਾਡੇ ਸੂਟ ਕਰਦੀ ਹੈ, ਕਿਹੜੀ ਚੀਜ਼ ਤੁਸੀਂ ਯੂਜ਼ ਕਰ ਸਕਦੇ ਹੈਗੇ ਉਹ ਤੁਸੀਂ ਪ੍ਰੋਵੀਜ਼ਨਸ ਮੈਂ ਦੱਸ ਰਿਹਾ, ਚੇਤੇ ਕਰਾ ਰਿਹਾ ਹੈਗਾ ਵੀ ਆਹ ਪ੍ਰੋਵੀਜ਼ਨਸ ਹੈਗੇ ਨੇ। ਕਈਆਂ ਨੇ ਜਿਹੜੇ ਸਿਕਿਉਰਡ ਲਾਈਨ ਆਫ ਕ੍ਰੈਡਿਟ ਬਣਾਈ ਹੁੰਦੀ ਹੈ ਘਰਾਂ ਦੇ ਅਗੇਂਸਟ, ਉਹ ਸਸਤੀ ਵੀ ਹੁੰਦੀ ਹੈਗੀ ਆ, 4-4.5% ਉਹਦਾ ਵਿਆਜ ਹੁੰਦਾ ਹੈਗਾ, ਉਹਨੂੰ ਵੀ ਤੁਸੀਂ ਜਿਹੜਾ ਹੈਗਾ ਯੂਜ਼ ਕਰ ਸਕਦੇ ਹੈਗੇ ਹੋ। ਇੱਥੇ ਇੱਕ ਸਭ ਤੋਂ ਵਧੀਆ ਤਰੀਕਾ ਜਿਹੜਾ ਕੈਨੇਡਾ ਦੇ ਵਿੱਚ ਮੈਂ ਲਰਨ ਕੀਤਾ ਹੈਗਾ, ਮੰਨ ਲਓ ਕਿ ਕਿਸੇ ਦਾ 5 ਲੱਖ ਦਾ ਘਰ ਹੈਗਾ, ਜੇ ਉਹਦੇ ਕੋਲ 3 ਲੱਖ ਦੀ ਮੌਰਗੇਜ ਹੈਗੀ ਆ, ਉਹਦੇ ਕੋਲ 2 ਲੱਖ ਉਹਦੇ ਘਰ ਦੇ ਵਿੱਚ ਕੈਸ਼ ਹੀ ਪਿਆ ਹੁੰਦਾ ਹੈਗਾ, ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੈਗੇ ਹੋ। ਆਪਣੇ ਬੈਂਕ ਨਾਲ ਸਲਾਹ ਕਰੋ ਕਿ ਇਹਦੀ ਮੈਨੂੰ ਰਿਵੋਲਵਿੰਗ ਲਾਈਨ ਆਫ ਕ੍ਰੈਡਿਟ ਬਣਾ ਦਿਓ ਤੇ ਉਹ ਜੇ ਤੁਸੀਂ ਪ੍ਰੋਵੀਜ਼ਨ ਨਹੀਂ ਕੀਤਾ ਹੈਗਾ ਤਾਂ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈਗਾ। ਇਹਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ ਤੁਸੀਂ ਕਿਸੇ ਮਾਰਗੇਜ ਐਡਵਾਈਜ਼ਰ ਨੂੰ ਮਿਲੋ, ਕਿਉਂਕਿ ਆਮ ਤੌਰ ਤੇ ਆਪਾਂ ਦੇਖਿਆ ਕੋਈ ਡਾਕਟਰ ਹੋਵੇ, ਕੋਈ ਸਲਾਹਕਾਰ ਹੋਵੇ, ਕੋਈ ਐਡਵਾਈਜ਼ਰ ਹੋਵੇ, ਉਨੀ ਕੀ ਸਲਾਹ ਦਿੰਦਾ ਜਿੰਨੀ ਕਿ ਤੁਸੀਂ ਉਹਨੂੰ ਪੁੱਛਦੇ ਹੈਗੇ ਹੋ ਤੇ ਆਪ ਨੂੰ ਤੁਹਾਨੂੰ ਐਜੂਕੇਟ ਕਰਨਾ ਜ਼ਰੂਰੀ ਹੁੰਦਾ ਹੈਗਾ। ਤੇ ਇਸ ਕਰਕੇ ਬੈਂਕ ਦੇ ਕੋਲ ਵੀ ਤੁਸੀਂ ਜਾ ਸਕਦੇ ਹੋ, ਸਾਡੀ ਇਹ ਰਿਵੋਲਵਿੰਗ ਲਾਈਨ ਆਫ ਕ੍ਰੈਡਿਟ ਬਣਾ ਦਿਓ। ਤੇ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਵੀ ਤੁਹਾਨੂੰ ਇੱਦਾਂ ਦੀ ਕੋਈ ਐਮਰਜੈਂਸੀ ਪੈਂਦੀ ਹੈਗੀ ਆ ਘਰ ਦੇ ਵਿੱਚ, ਜਾਂ ਜਿਵੇਂ ਹੁਣ ਤੇ ਸਾਰਿਆਂ ਨੂੰ ਐਮਰਜੈਂਸੀ ਪਈ ਹੈ ਪਰ ਕਿਤੇ ਬੱਚੇ ਨੂੰ ਪੜ੍ਹਾਈ ਵਾਸਤੇ ਲੋੜ ਪੈ ਸਕਦੀ ਹੈਗੀ ਆ, ਜਾਂ ਕਿਤੇ ਕੋਈ ਵਿਆਹ ਸ਼ਾਦੀ ਕੋਈ ਆ ਗਿਆ, ਕਿਤੇ ਫੈਮਿਲੀ ਦੇ ਵਿੱਚ, ਪਰਿਵਾਰ ਦੇ ਵਿੱਚ ਕਿਤੇ ਤੁਹਾਨੂੰ ਐਮਰਜੈਂਸੀ ਟਰੈਵਲ ਕਰਨਾ ਪੈਂਦਾ, ਤਾਂ ਬਿਗ ਕੈਸ਼ ਤੁਹਾਡਾ ਘਰ ਦੇ ਨਾਲ ਅਟੈਚਡ ਪਿਆ ਹੁੰਦਾ ਹੈਗਾ ਜਿਹੜਾ ਕਿ ਤੁਹਾਨੂੰ ਦਿਸਦਾ ਨਹੀਂ ਹੈਗਾ ਔਰ ਤੁਸੀਂ ਉਸ ਨੂੰ ਯੂਜ਼ ਨਹੀਂ ਕਰਦੇ ਹੈਗੇ ਕਿਉਂਕਿ ਆਪਾਂ ਪ੍ਰੋਵੀਜ਼ਨ ਨਹੀਂ ਬਣਾਇਆ। ਤੇ ਰਿਵੋਲਵਿੰਗ ਲਾਈਨ ਆਫ ਕ੍ਰੈਡਿਟ ਬਹੁਤ ਹੀ ਵਧੀਆ ਟੂਲ ਹੈਗਾ ਕੈਨੇਡਾ ਦੇ ਵਿੱਚ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰਨ ਦਾ। ਤੇ ਇਹਦੇ ਬਾਰੇ ਜਿਹੜਾ ਹੈਗਾ ਤੁਸੀਂ ਜ਼ਰੂਰ ਸੋਚਿਓ ਤੇ ਆਪਣੇ ਬੈਂਕ ਨਾਲ ਜਿਹੜੀ ਹੈਗੀ ਗੱਲ ਕਰਿਓ।
ਇੰਸ਼ੋਰੈਂਸ ਦੇ ਪ੍ਰੀਮੀਅਮ ਜਿਵੇਂ ਗੱਡੀਆਂ ਦੇ ਸੀ ਉਹਦੇ ਵਿੱਚ ਕਈ ਕੰਪਨੀਆਂ ਕੋਸ਼ਿਸ਼ ਕਰ ਰਹੀਆਂ ਕਿਉਂਕਿ ਗੱਡੀਆਂ ਹੁਣ ਘੱਟ ਚੱਲ ਰਹੀਆਂ, ਕੰਪਨੀਆਂ ਨੂੰ ਕਲੇਮ ਘੱਟ ਆ ਰਹੇ ਨੇ, ਤੇ ਉਹ ਚਾਹ ਰਹੇ ਨੇ ਕਿ ਆਪਾਂ ਥੋੜਾ ਜਿਹਾ ਪ੍ਰੀਮੀਅਮ ਤੁਹਾਨੂੰ ਰਿਫੰਡ ਕਰ ਦਈਏ, ਤੇ ਉਹ ਆਟੋਮੈਟਿਕਲੀ ਸਿਸਟਮ ਹੈਗਾ। ਉਹਦੇ ਵਾਸਤੇ ਮੈਨੂੰ ਲੱਗਦਾ ਨਹੀਂ ਤੁਹਾਨੂੰ ਕੋਈ ਅਪਲਾਈ ਕਰਨ ਦੀ ਲੋੜ ਹੈਗੀ ਆ, ਤੇ ਕੰਪਨੀਆਂ ਨੇ ਆਪੇ 1-2 ਮਹੀਨੇ ਤੱਕ ਜਿਹੜਾ ਹੈਗਾ ਸ਼ਾਇਦ ਤੁਹਾਨੂੰ ਉਹਦੇ 'ਚ ਕੁਝ ਰਿਬੇਟ ਦੇ ਦੇਣਗੇ। ਲਾਈਫ ਇੰਸ਼ੋਰੈਂਸ ਅਗਰ ਤੁਹਾਡੀ ਚੱਲਦੀ ਹੈਗੀ ਆ ਤੇ ਕਦੀ ਵੀ ਜਿਹੜਾ ਹੈਗਾ, ਇਹ ਨਹੀਂ ਕਿ ਮੈਂ ਇੰਸ਼ੋਰੈਂਸ ਐਡਵਾਈਜ਼ਰ ਹੈਗਾ ਮੈਂ ਇਸ ਕਰਕੇ ਕਹਿ ਰਿਹਾ ਹੈਗਾ, ਪਰ ਕਦੀ ਵੀ ਆਪਣਾ ਲਾਈਫ ਇੰਸ਼ੋਰੈਂਸ ਦਾ ਪ੍ਰੀਮੀਅਮ ਬੰਦ ਨਹੀਂ ਕਰਨਾ ਹੈਗਾ। ਹਾਲਾਂਕਿ ਕੁਝ ਕੰਪਨੀਆਂ ਨੇ ਇਹ ਪ੍ਰੋਵੀਜ਼ਨ ਕੀਤੀ ਹੈਗੀ, ਅਗਰ ਕਿਸੇ ਵਜ੍ਹਾ ਕਰਕੇ ਤੁਸੀਂ ਨਹੀਂ 2-3 ਮਹੀਨੇ ਦਿੰਦੇ ਤਾਂ ਉਹ ਡੈਫਰ ਕਰ ਸਕਦੇ ਹੈਗੇ ਨੇ, ਪਰ ਆਪਣਾ ਲਾਈਫ ਇੰਸ਼ੋਰੈਂਸ ਦਾ ਪ੍ਰੀਮੀਅਮ ਔਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪ੍ਰੀਮੀਅਮ, ਡਿਸੇਬਿਲਿਟੀ ਦਾ ਇੰਸ਼ੋਰੈਂਸ ਦਾ ਪ੍ਰੀਮੀਅਮ ਕਦੇ ਵੀ ਬੰਦ ਨਹੀਂ ਕਰਨਾ। ਉਹਦਾ ਕਾਰਨ ਮੈਂ ਇਹ ਦੱਸਣਾ ਚਾਹਾਂਗਾ ਕਿ ਜੇ ਮੰਨ ਲਓ ਕਿ ਹੁਣ ਤੱਕ 2 ਮਹੀਨੇ ਨਹੀਂ ਹੋਏ ਕੈਨੇਡਾ ਬੰਦ ਹੋਇਆ ਨੂੰ, ਠੀਕ ਹੈ, ਔਰ ਸਾਡੇ ਕੋਲ ਮਤਲਬ $200 $300 ਦੇਣ ਵਾਸਤੇ ਨਹੀਂ ਹੈਗਾ ਪ੍ਰੀਮੀਅਮ, ਤਾਂ ਮੰਨ ਲਓ ਤੁਸੀਂ ਨਹੀਂ ਹੈਗੇ ਇੱਥੇ, ਜੇ ਤੁਹਾਨੂੰ ਮੈਪੀ ਤੁਹਾਡੀ ਡੈਥ ਹੋ ਜਾਂਦੀ, ਤੁਹਾਡੀ ਫੈਮਿਲੀ ਫਿਰ ਕਿੱਦਾਂ ਸਰਵਾਈਵ ਕਰੇਗੀ। ਇੱਕ ਸਾਡੇ ਵਾਸਤੇ ਬੜਾ ਵੱਡਾ ਲੈਸਨ ਹੈਗਾ ਕਿ ਜੇ ਅਸੀਂ 2 ਮਹੀਨੇ 6 ਮਹੀਨੇ ਜਿਹੜੇ ਹਨ ਆਪਣੇ ਜਿੰਦੇ ਜੀ ਹੁੰਦਿਆਂ ਵੀ ਅਸੀਂ ਜਿਹੜੇ ਆਪੇ ਨਹੀਂ ਕੱਟ ਸਕਦੇ ਹੈਗੇ, ਤੇ ਜੇ ਅਸੀਂ ਇੱਥੇ ਹੋਈਏ ਹੀ ਨਾ ਤਾਂ ਫਿਰ ਸਾਡੀ ਫੈਮਿਲੀ ਦਾ ਕੀ ਹਾਲ ਹੋਵੇਗਾ। ਤੋ ਇਸ ਜਿਹੜਾ ਹੈ ਟਫ ਟਾਈਮ ਹੈਗਾ, ਇਹਦੇ 'ਚ 2 ਗੱਲਾਂ ਜ਼ਰੂਰ ਆਪਾਂ ਸਿੱਖਣੀਆਂ ਹੈਗੀਆਂ। ਜੇ ਆਪਾਂ ਐਮਰਜੈਂਸੀ ਫੰਡ ਨਹੀਂ ਸੀ ਜਨਰੇਟ ਕੀਤਾ, ਜਦੋਂ ਵੀ ਮਾਹੌਲ ਠੀਕ ਹੁੰਦਾ ਹੈਗਾ ਆਪਾਂ ਜ਼ਰੂਰ ਕੋਸ਼ਿਸ਼ ਕਰੀਏ ਕੁਛ ਨਾ ਕੁਛ ਸੇਵਿੰਗ ਜ਼ਰੂਰ ਕਰੀਏ, ਜਿਹੜੇ ਸਾਈਡ 'ਤੇ ਪੈਸੇ ਪਏ ਹੋਣ ਐਮਰਜੈਂਸੀ ਵਾਸਤੇ, ਜਿਹੜਾ ਜਿਹਨੂੰ ਆਪਾਂ ਰੇਨੀ ਸੀਜ਼ਨ ਰਿਜ਼ਰਵ ਕਹਿੰਦੇ ਹੈਗੇ, ਉਹ ਜ਼ਰੂਰ ਪਿਆ ਹੋਣਾ ਚਾਹੀਦਾ ਹੈਗਾ ਸਾਡੇ ਕੋਲ। ਔਰ ਦੂਸਰਾ ਇਹ ਕਿ ਜੇ ਅਸੀਂ ਇੰਸ਼ੋਰੈਂਸ ਆਪਣੀ ਨਹੀਂ ਕਰਾਈ ਹੈਗੀ, ਤੇ ਜੇ ਅੱਜ ਸਾਨੂੰ ਮਤਲਬ 2-3 ਮਹੀਨੇ ਆਪਾਂ ਕੰਮ ਨਹੀਂ ਕੀਤਾ ਤੇ ਸਾਨੂੰ ਲਾਲੇ ਪੈ ਗਏ ਨੇ ਵੀ ਇਹ ਕੰਮ ਕਿੱਦਾਂ ਚੱਲੇਗਾ, ਤੇ ਇੱਕ ਵਾਰੀ ਜ਼ਰੂਰ ਸੋਚ ਕੇ ਦੇਖਣਾ ਕਿ ਜਦੋਂ ਮੈਂ ਇੱਥੇ ਨਹੀਂ ਹੋਵਾਂਗਾ, ਜਿਹੜਾ ਅਰਨਿੰਗ ਪਰਸਨ ਹੈਗਾ ਜੇ ਉਹ ਨਹੀਂ ਫੈਮਿਲੀ ਦੇ ਵਿੱਚ ਹੋਏਗਾ, ਤਾਂ ਫਿਰ ਫੈਮਿਲੀ ਦਾ 10 ਸਾਲ ਕਿੱਦਾਂ ਲੰਘਣਗੇ। ਜੇ ਉਹਦੇ ਬੱਚੇ ਛੋਟੇ ਨੇ, ਜਵਾਨ ਹੋਣਗੇ, ਫਿਰ ਕਮਾਉਣ ਵਾਲੇ ਹੋਣਗੇ, ਤਾਂ ਉਹਦੀ ਫੈਮਿਲੀ ਫਿਰ ਕਿਸ ਤਰ੍ਹਾਂ ਗੁਜ਼ਾਰਾ ਕਰੇਗੀ। ਤੇ ਇਹ ਸਾਨੂੰ ਜ਼ਰੂਰ ਜਿਹੜਾ ਹੈ 2 ਸਬਕ ਇਸ ਟਫ ਟਾਈਮ ਨੇ ਸਿਖਾਏ ਨੇ। ਆਪਾਂ ਇਹਨੂੰ ਪੋਜ਼ਿਟਿਵ ਲੈਣਾ ਹੈਗਾ ਜ਼ਰੂਰ। ਪ੍ਰੋਵੀਜ਼ਨ ਜਿਹੜੇ ਹੈਗੇ ਨੇ ਸਾਡੇ ਕੋਲ ਕੈਸ਼ ਫਲੋ ਵਾਲੇ ਯੂਜ਼ ਕਰੋ, ਟੈਨਸ਼ਨ ਨਹੀਂ ਲੈਣੀ, ਕਿਉਂਕਿ ਜਿਹੜਾ ਇਹ ਪੈਸੇ ਦਾ ਨੁਕਸਾਨ ਹੈਗਾ ਇਹ ਤਾਂ ਪੂਰਾ ਹੋ ਜਾਣਾ, ਪਰ ਅਗਰ ਤੁਸੀਂ ਸਰੀਰਕ ਤੌਰ 'ਤੇ ਮੈਂਟਲੀ ਜੇ ਤੁਸੀਂ ਇਲ ਹੋ ਗਏ, ਬਿਮਾਰ ਹੋ ਗਏ, ਉਹ ਜ਼ਿਆਦਾ ਡੇਂਜਰਸ ਹੈਗਾ। ਆਪਣੇ ਆਪ ਨੂੰ ਪੋਜ਼ਿਟਿਵ ਰੱਖੋ। ਦੇਅਰ ਆਰ ਸੋ ਮੈਨੀ ਪ੍ਰੋਵੀਜ਼ਨ, ਗੌਰਮੈਂਟ ਹੈਗੀ ਆ, ਸਾਡੀ ਸੁਸਾਇਟੀ, ਸਾਡੀ ਕਮਿਊਨਿਟੀ ਜਿਹੜੀ ਹੈਗੀ ਹੈ ਇੱਕ ਦੂਜੇ ਦੀ ਮਦਦ ਕਰਨ ਵਾਲੀ ਹੈਗੀ ਆ, ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਅਗਰ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੇਰੇ ਨਾਲ 403 437 44 45 ਤੇ ਸੰਪਰਕ ਕਰ ਸਕਦੇ ਹੋ। ਮੈਂ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਾਂਗਾ। ਆਸ ਹੈ ਕਿ ਅੱਜ ਜਿਹੜੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਇਹਦਾ ਜ਼ਰੂਰ ਤੁਹਾਨੂੰ ਕੋਈ ਨਾ ਕੋਈ ਫਾਇਦਾ ਹੋਏਗਾ ਜੀ। ਪਿਆਰ ਭਰੀ ਸਤਿ ਸ੍ਰੀ ਅਕਾਲ।